ਇਹ ਬਾਹਰ ਦ੍ਰਿਸ਼ਟਾਂਤ ਹੁੰਦੇ ਸਮਝਾਉਣ ਵਾਸਤੇ, ਹੋਰ ਨਹੀਂ ਕੋਈ ਗੱਲ। ਇਹਨੂੰ ਅਲੰਕਾਰ ਕਹਿ ਦਿੰਦੇ ਵਿਦਿਆ 'ਚ। ਇਹ ਪਤੀ ਤੇ ਸਤੀ ਦੇ ਰੂਪ ਦੇ ਵਿੱਚ ਹੈ। ਜਿਵੇਂ ਪਤੀ ਸਤੀ ਰੂਪ ਬਣ ਗਏ, ਜੇ ਉਹਨਾਂ ਨੇ ਪਤੀ ਸਤੀ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਆਪਣੇ ਪਰਿਵਾਰ ਹੋ ਗਿਆ, ਹੋਰ ਆਪਣੇ ਬੱਚਿਆਂ ਦਾ ਜਨਮ ਹੋ ਗਿਆ, ਉਹ ਫਿਰ ਮਾਤਾ ਪਿਤਾ ਬਣ ਗਏ। ਪਹਿਲਾਂ ਤਾਂ ਨਹੀਂ ਮਾਤਾ ਪਿਤਾ, ਪਹਿਲਾਂ ਨਾ ਪਤੀ ਨਾ ਸਤੀ। ਇਵੇਂ ਐਸਾ ਜਿਹੜਾ ਇਹ ਪਰਮਾਰਥ ਦੀ ਵਿਚਾਰ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਮੰਗਰ ਮਾਹੇ ਸੁਹੰਦੀਆਂ ਹਰ ਫਿਰ ਸੰਗ ਬੈਠੜੀ ਹੈ। ਜਿਹੜਾ ਪਤੀ ਸ਼ੁਭ ਗੁਣਾ ਵਾਲਾ ਹੈ, ਉੱਚੇ ਤੋਂ ਉੱਚੇ, ਤੇ ਸਤੀ ਵੀ ਪਤਨੀ ਵੀ ਉਸਦੀ ਵੀ ਹੈ, ਪਤੀ ਵਰਤ ਧਰਮ ਦੇ ਵਿੱਚ ਹੈ, ਉਹ ਆਪਣੇ ਪਤੀ ਕੋਲ ਬੈਠੀ, ਪਤੀ ਪਤਨੀ ਕੋਲ ਬੈਠਾ, ਉਹਦੇ ਨਾਲ ਆਪੋ ਵਿੱਚ ਹੀ, ਤੇ ਉਹਨਾਂ ਦਾ ਸਤਿਕਾਰ ਹੈ ਦੁਨੀਆ ਦੇ ਵਿੱਚ ਵੀ, ਬੜੇ ਗੁਰਮੁਖ ਨੇ, ਬੜਾ ਪਰਿਵਾਰ ਹੈ। ਤੇ ਜੇ ਪਤਨੀ ਪਤੀ ਨੂੰ ਛੱਡ ਕੇ ਹੋਰ ਕਿਸੇ ਕੋਲ ਬੈਠੇ ਵੇਸਵਾ, ਫਿਰ ਕੀ ਹੋ ਕਹਿੰਦੇ ਇਹ ਤਾਂ ਵੇਸਵਾ ਹੈ। ਇਸੇ ਤਰ੍ਹਾਂ ਹੀ ਜਿਹੜੇ ਉਹ ਪਤੀ ਦੇ ਜੇ ਉਹਨੂੰ ਘਰ ਵਾਲੀ ਨੂੰ ਹੋਰ ਥਾਂ, ਫਿਰ ਉਹ ਕੀ ਵੇਸਵਾ ਦੇ ਪਤੀ ਉਹਨੂੰ। ਇਉਂ ਜੇ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਸਭ ਕੁਝ ਹੈ, ਉਸਨੇ ਬੁੱਧੀ ਬਣਾਈ ਹੈ। ਜੇ ਸੁਰਤ ਛੱਡ ਕੇ ਜਾਂ ਜੀਵ ਆਤਮਾ ਛੱਡ ਕੇ ਹੋਰ ਦੇ ਪਾਸੇ ਲੱਗੂਗੀ, ਜਾਂ ਇੱਧਰ ਹੋਰ ਆਪਣੇ ਕੋਈ ਜੰਤਰੀ ਮੰਤਰੀ ਜਾਂ ਦੇਵਤੇ ਜਾਂ ਹੋਰ ਚੀਜ਼ ਹੈ, ਉਹਨਾਂ ਦੇ ਨਾਲ ਉਹਨਾਂ ਨੂੰ ਛੱਡ ਕੇ ਲੱਗੂਗੀ, ਤਾਂ ਫੇਰ ਸ਼ੋਭਾ ਨਹੀਂ ਪਾਉਣੀ, ਤੇ ਨਾ ਉਹ ਬਚਾ ਹੀ ਸਕਦੇ। ਫਿਰ ਤੁਸੀਂ ਕਹੋ ਜੀ ਦੇਵੀ ਦੇਵਤੇ, ਦੇਵੀ ਦੇਵਤਿਆਂ ਨੂੰ ਵੀ ਜਾਂ ਜਿਹੜੇ ਸੰਸਾਰ 'ਚ ਉਹਨਾਂ ਨੂੰ ਇਹੀ ਹੁਕਮ ਹੈ ਵਾਹਿਗੁਰੂ ਪਰਮੇਸ਼ਰ ਦਾ ਵੀ ਤੁਹਾਨੂੰ ਜਪ ਤਪ ਤੁਸੀਂ ਕੀਤੇ ਹੈ, ਸਿੱਖਿਆ ਦੇਣੀ, ਤੇ ਤੁਸੀਂ ਪਰਮੇਸ਼ਰ ਦੇ ਨਾਲ ਹੀ ਲਾਉਣਾ, ਆਪਣੇ ਨਾਲ ਨਹੀਂ ਲਾਉਣਾ। ਜਿਹੜਾ ਆਪਣੇ ਨਾਲ ਲਾਊਗਾ ਫਸ ਜੂਗਾ, ਉਹਨੂੰ ਦੰਡ ਵੀ ਮਿਲੂਗਾ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਦ ਅੰਤ ਫਸੇ ਜਮ ਫਾਸ ਕਰੇ। ਜੇ ਹੰਕਤਾ ਦੇ ਵਿੱਚ ਰਹਿਣਗੇ ਤਾਂ ਫਿਰ ਜਮਾਂ ਦੀ ਫਾਹੀ 'ਚ ਪੈਣਗੇ। ਮੱਘਰ ਮਾਹੇ ਸੁਹੰਦੀ ਹੈ। ਮੱਘਰ ਦੇ ਮਹੀਨੇ ਦੇ ਵਿੱਚ ਕਹਿੰਦੇ ਉਹ ਪਤਨੀਆਂ ਸ਼ੋਭਾ ਵਾਲੀਆਂ ਸ਼ੋਭਾ ਪਾਉਂਦੀਆਂ, ਫਿਰ ਸੰਗ ਬੈਠਦੀ ਹੈ, ਤੇ ਪਤੀ ਦੇ ਨਾਲ ਜਿਹੜੀਆਂ ਬੈਠਦੀਆਂ। ਇਸੇ ਤਰ੍ਹਾਂ ਹੀ ਹਰ ਪਦ ਵਿੱਚ ਵਿਆਹ, ਹਰ ਫਿਰ ਸੰਗ ਬੈਠਣੀਆਂ। ਜਿਹੜੇ ਗੁਰਮੁਖ ਮਾਈ ਭਾਈ ਭਗਤੀ ਕਰਦੇ ਹੈ ਪਰਮੇਸ਼ਰ ਦੀ, ਉਹ ਪਰਮੇਸ਼ਰ ਦੇ ਵਿੱਚ ਹੀ ਪ੍ਰੇਮ ਕਰਨੇ ਕਰਕੇ ਜਦੋਂ ਉਹਨਾਂ ਦੀ ਬੁੱਧੀ ਲੀਨ ਹੁੰਦੀ ਹੈ, ਉੱਥੇ ਸ਼ੋਭਾ ਪਾਉਂਦੀ ਹੈ, ਸੁਖ ਹੁੰਦਾ ਹੈ, ਸਭ ਹੁੰਦਾ ਹੈ। ਹਰ ਪਿਰ ਸੰਗ ਬੈਠੜੀਆਂ। ਇਸ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਬਿਰਤੀਆਂ ਨੇ, ਸੁਰਤਾਂ ਖਿੰਡੀਆਂ ਹੋਈਆਂ, ਜਦੋਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਦੀਆਂ ਨੇ, ਉਹਦੇ ਨਾਲ ਬੈਠਣਾ ਕਿ ਉੱਥੇ ਬੈਠਦਾ ਟਿਕਾਣਾ ਹੁੰਦਾ ਹੈ, ਤੇ ਉਹ ਸ਼ੋਭਾ ਪਾਉਣੀਆਂ, ਸੁਭਾਏਮਾਨ ਹੁੰਦੀਆਂ ਬਿਰਤੀਆਂ ਗੁਰਮੁਖਾਂ ਦੀਆਂ। ਜੇ ਬੋਲਦੇ ਤਾਂ ਵੀ ਸ਼ੋਭਾ, ਜੇ ਸੁਣਦੇ ਤਾਂ ਵੀ ਸ਼ੋਭਾ, ਸਾਰੇ ਉਹਨਾਂ ਦੀ ਸ਼ੋਭਾ ਕਰਦੇ। ਵਾਹਿਗੁਰੂ ਦੇ ਦਰ ਵੀ ਹਰ ਪਿਰ ਸੰਗ ਬੈਠੜੀ ਹੈ, ਜਿਹੜੇ ਉਹਨਾਂ ਦੇ ਨਾਲ ਇਸਤ ਨੇ ਬੈਠੇ ਜੀ। ਚਲੋ ਜੀ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਉਹਨਾਂ ਦੀ ਸ਼ੋਭਾ ਜਿਹਨੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ, ਪਹਿਲਾਂ ਹਰ ਪਦ ਆ ਗਿਆ, ਨਿਰੇ ਪਤੀ ਸਤੀ ਨੇ ਬਾਹਰਲੇ ਨੇ। ਤਿਨ ਕੀ ਸ਼ੋਭਾ, ਹੁਣ ਜਿਹੜੇ ਵਾਹਿਗੁਰੂ ਪਰਮੇਸ਼ਰ ਨੇ ਗੁਰਮੁਖ ਮਾਈ ਭਾਈ ਮੇਲ ਲਏ ਆਪਣੇ ਨਾਲ, ਉਹਨਾਂ ਦੀ ਸ਼ੋਭਾ ਨਹੀਂ ਕਹੀ ਜਾਂਦੀ। ਜਿਵੇਂ ਕਬੀਰ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ, ਔਰ ਭਗਤੀ ਭਾਵ ਵੀ ਦ੍ਰਿੜਾਉਣਾ ਸੂਰਬੀਰ ਸਾਡੇ 'ਚੋਂ ਖਤਮ ਹੋ ਚੁੱਕੀ ਹੈ ਭਾਰਤ ਭੂਮੀ ਦੇ ਵਿੱਚੋਂ। ਉਹਨਾਂ ਦੇ ਦ੍ਰਿਸ਼ਟਾਂਤ ਲੈ ਕੇ, ਜਿਵੇਂ ਵੀ ਇਸ ਤਰ੍ਹਾਂ ਉਹਨਾਂ ਨੇ ਧਾਰਮਿਕ ਜੰਗ ਯੁੱਧ ਕੀਤੇ ਹੈ, ਬਲਕਿ ਬੀਬੀਆਂ ਨੇ ਵੀ ਕੀਤੇ ਹੈ, ਦੇਵੀਆਂ ਨੇ। ਚੰਡੀ ਦੀ ਵਾਰ ਹੈ, ਤੁਸੀਂ ਮਰੀਆਂ ਹੀ ਹੈ। ਇਸ ਤਰ੍ਹਾਂ ਮਾਤਾ ਭਾਗ ਕੌਰ ਲੱਗੇ ਲੱਗ ਕੇ ਜੰਗ ਕੀਤਾ, ਵੀ ਸਾਨੂੰ ਕੌਣ ਫੜ ਕੇ ਲੈ ਜਾਏ, ਸ਼ਸਤਰ ਰੱਖੋ, ਭਗਤੀ ਕਰੋ। ਇਸ ਕਰਕੇ ਉਹ ਚੰਡੀ ਤਾਂ ਇਉਂ ਵਾਰ ਵੀ ਜੰਗ ਯੁੱਧ ਵਾਸਤੇ, ਹੋਰ ਕੋਈ ਉਹਨੂੰ ਪੂਜਣਾ ਮੰਨੇ, ਪੂਜਨ ਤਾਂ ਅਕਾਲ ਪੁਰਖ ਦਾ ਹੈ ਜਿਸ ਨੇ ਉਹਨੂੰ ਬਣਾਈ।
ਤੇ ਦੀਵਾਨ ਲੱਗਿਆ, ਹੋਰ ਵਿਦਵਾਨ ਬੈਠੇ, ਮਹਾਰਾਜ ਦੀ ਸਭਾ ਸਭ ਸੂਰਬੀਰ ਵੀ ਬੈਠੇ ਨੇ। ਤੇ ਕਹਿੰਦੇ ਵੀ ਦੱਸੋ, ਆਪਣੇ ਭਗਤੀ ਦੀ ਮਹਿਮਾ ਦਿਖਾਉਣੀ ਸੀ ਉਹਨਾਂ ਨੇ। ਵੀ ਕਬੀਰ ਸਾਹਿਬ ਨੂੰ ਤਾਂ ਹਰ ਕੋਈ ਜਾਣਦਾ ਹੈ, ਹੁਣ ਤੱਕ ਭਗਤ ਕਬੀਰ ਜੀ ਹੋਏ, ਇੰਨੇ ਸਮੇਂ ਦੇ ਇਸ ਤਰ੍ਹਾਂ ਕਾਂਸ਼ੀ ਦੇ ਵਿੱਚ ਹੋਏ ਹੈ ਵੀ ਉਸ ਵੇਲੇ ਦਾ ਪਾਤਸ਼ਾਹ ਕੌਣ ਸੀ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕਹਿੰਦੇ ਵੀ ਇੱਕ ਨਿਸ਼ਚਾ ਤਾਂ ਨਾ ਹੋਇਆ, ਐਡਾ ਹੋਵੇ ਪਾਤਸ਼ਾਹ ਉਸ ਵੇਲੇ ਦਾ ਤੇ ਕੋਈ ਜਾਣਦਾ ਨਹੀਂ, ਉਹਨੂੰ ਕੁਛ ਨਹੀਂ। ਉਹ ਵੀ ਵਿਦਵਾਨ ਕੋਈ ਸਹੀ ਰੂਪ ਦੇ ਵਿੱਚ ਜਾਣਦੇ ਹੋਣਗੇ। ਇਸ ਕਰਕੇ ਭਗਤੀ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਹੈ, ਸਭ ਨੂੰ ਬੱਚਾ ਬੱਚਾ ਵੀ ਜਾਣਦਾ ਭਗਤ ਕਬੀਰ। ਪੰਡਤ ਸੂਰ ਛਤਰ ਪਤ ਦਾਤਾ, ਭਗਤ ਬਰਾਬਰ ਔਰ ਨਾ ਕੋਈ। ਸ਼ੋਭਾ ਨੂੰ ਤਿਨਕੀ ਸ਼ੋਭਾ ਨਿਰਮਲੀ, ਨਾਲੇ ਉਜਲ ਸ਼ੋਭਾ ਹੈ। ਨਹੀਂ ਤਾਂ ਹਰਨਾਕਸ਼ ਵੀ ਹੋਇਆ, ਹੋਰ ਦੈਂਤ ਵੀ ਹੋਏ ਨੇ, ਹੋਰ ਦੁਨੀਆ 'ਚ ਵੀ ਹੋਏ ਨੇ। ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ, ਉਹਨਾਂ ਦੀ ਸ਼ੋਭਾ। ਇਸ ਤਰ੍ਹਾਂ ਹੀ ਹੁਣ ਜਿਹੜੇ ਬਾਬਾ ਬੁੱਢਾ ਸਾਹਿਬ ਜੀ, ਨਾਲ ਹੀ ਉਹਨਾਂ ਦੀ ਸ਼ੋਭਾ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਸਿੱਖਾਂ ਦੀ, ਭਗਤੀ ਵਾਲਿਆਂ ਦੀ ਸ਼ੋਭਾ ਕਰਨ ਵਾਸਤੇ ਆਪਣੇ ਮਹਿਲਾਂ ਨੂੰ ਵੀ ਉਹ ਤੁਹਾਨੂੰ ਬਚਨ ਕਹਿਣਗੇ ਤਾਂ ਤੁਹਾਡੇ ਅੱਗੇ ਸਾਹਿਬਜ਼ਾਦਾ ਹੋਊਗਾ। ਇਹ ਉਹਨਾਂ ਦੀ ਸ਼ੋਭਾ। ਇਨਕੀ ਸ਼ੋਭਾ ਕਿਆ ਗਣੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਬੇ ਦਾ ਜੋ ਬਚਨ ਹੋਏ ਮੋੜਨਾ ਨਹੀਂ। ਇਹਨਾਂ ਆਦਰ ਇਸੇ ਤਰ੍ਹਾਂ ਹੀ ਜਿੰਨੇ ਵੀ ਗੁਰੂ ਘਰ ਦੇ ਵਿੱਚ ਹੋਰ ਭਗਤ ਹੋਏ ਨੇ ਕਰਨ ਵਾਲੇ, ਭਾਈ ਪਾਰੋ ਜੀ ਹੋਰ ਗੁਰਮੁਖ ਹੋਏ ਨੇ, ਭਾਈ ਮਨੀ ਸਿੰਘ ਜੀ, ਭਾਈ ਬਾਬਾ ਦੀਪ ਸਿੰਘ ਜੀ, ਉਹਨਾਂ ਦੀ ਸ਼ੋਭਾ ਥੋੜ੍ਹੀ ਹੈ। ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਚਲੋ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆ। ਉਹਨਾਂ ਨੂੰ ਕੈਸੀ ਦਾਤ ਕਿਸ ਤਰ੍ਹਾਂ ਪ੍ਰਾਪਤ ਹੋ ਗਈ ਜਿਹੜੇ ਸਾਹਿਬ ਨੇ ਮੌਲੇ। ਕਹਿੰਦੇ ਸੰਗਤ ਕਰਦੇ ਤਨ ਮਨ ਮੌਲਿਆ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆ। ਤਨ ਮਨ ਮੌਲਿਆ ਰਾਮ ਸਿਉ, ਰਾਮ ਜਿਹੜਾ ਵਾਹਿਗੁਰੂ ਪਰਮੇਸ਼ਰ, ਉਹਨਾਂ ਦਾ ਤਨ ਵੀ ਤੇ ਮਨ ਵੀ ਨਾਮ ਜਪਦਿਆਂ ਜਪਦਿਆਂ ਜਿਵੇਂ ਫੁੱਲ ਖਿੜ ਜਾਂਦੇ ਤੇ ਖੁਸ਼ਬੂ ਹੁੰਦੀ ਹੈ ਨਾ, ਤੇ ਇਸ ਤਰ੍ਹਾਂ ਉਹਨਾਂ ਦਾ ਨਾਨਕ ਭਗਤਾਂ ਸਦਾ ਵਿਗਾਰ, ਸਦਾ ਹੀ ਖੇੜੇ ਸਨਮੁਖ ਦੇ ਵਿੱਚ, ਤੇ ਖੁਸ਼ਬੂ ਉਹਨਾਂ ਦੇ ਅੰਦਰ ਜੋ ਸੁਖ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਜੇ ਭਗਤੀ ਜਸ ਦੀ ਖੁਸ਼ਬੂ, ਜਦੋਂ ਵੀ ਬੋਲਣਗੇ ਉਹ ਜਸ ਹੀ ਵਾਹਿਗੁਰੂ ਦਾ ਕਰਨਗੇ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ। ਇਹ ਕਿੱਥੋਂ? ਕਹਿੰਦੇ ਜਿਹੜੀਆਂ ਸਾਧੂ ਰੂਪ ਨੇ, ਸਾਧੂ ਸਾਧ ਸੰਗਤ ਹੈ, ਜਿਹੜੇ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੋਏ ਹੋਏ ਨੇ, ਉਹਨਾਂ ਸਹੇਲੀਆਂ ਦੇ ਨਾਲ ਸ਼ਰਧਾ ਧਾਰ ਕੇ। ਜੋ ਸਹੇਲੀਆਂ ਕਿਹਾ ਸਾਰਿਆਂ ਨੂੰ, ਸਹੇਲੀਆਂ ਇੱਕੋ ਜਿਹੀਆਂ ਹੁੰਦੀਆਂ ਨੇ। ਇਸ ਕਰਕੇ ਗੁਰੂ ਆਪਣੇ ਥਾਂ, ਸਾਧੂ ਆਪਣੇ ਥਾਂ, ਸਹੇਲੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਪਤਾ ਲੱਗਦਾ, ਵਿਚਾਰ ਹੁੰਦੀ ਹੈ। ਉਹ ਇਸ ਤਰ੍ਹਾਂ ਜਿਹੜੀਆਂ ਪਤੀਬੰਤ ਵਾਲੀਆਂ ਨੇ, ਸੁਹਾਗਣਾ ਜਿਹੜੀਆਂ ਨੇ ਤੱਤ ਵਿੱਚ, ਉਹਨਾਂ ਦੇ ਨਾਲ ਕਹਿੰਦੇ ਭਾਈ ਇਸ ਤਰ੍ਹਾਂ ਫੇਰ ਅੱਗੇ ਵਾਹਿਗੁਰੂ ਦੀ ਮਿਹਰ ਹੁੰਦੀ ਤੇ ਉਹਦਾ ਗਿਆਨ ਹੋ ਜਾਂਦਾ, ਉਹਨੂੰ ਤੱਤ ਵਿੱਚ ਕਹਿਣ ਲੱਗ ਪੈਂਦੇ ਨੇ। ਸੰਸਾਰ ਸਹੇਲੜੀ ਹੈ, ਜਿਨ੍ਹਾਂ ਨੇ ਤਨ ਮਨ ਨੂੰ ਆਪਣੇ ਸਾਧਿਆ ਹੋਇਆ, ਗੁਰੂ ਕੀ ਆਗਿਆ ਦੇ ਅਨੁਸਾਰ ਚੱਲਦੇ ਹੈ ਔਰ ਹਉਮੈ ਨਹੀਂ ਹੈ। ਸਾਧ ਜਨਾ ਤੇ ਬਾਹਰੀ, ਸੇ ਰਹਿਣ ਅਕੇਲੜੀਆ। ਐਸੇ ਜਿਹੜੇ ਸਾਧੂ ਗੁਰਮੁਖ ਨੇ, ਜਿਹੜੇ ਉਹਨਾਂ ਦੀ ਸੰਗਤ ਨਹੀਂ ਨੇ ਕਰਦੇ ਤੇ ਇਕੱਲੇ ਹੀ ਰਹਿੰਦੇ ਨੇ, ਸੇ ਰਹਿਣ ਅਕੇਲੜੀਆ। ਤੇ ਇਕੱਲੇ ਤਾਂ ਉਹਨਾਂ ਨੇ ਫਿਰ ਰਹਿਣਾ ਨਹੀਂ ਹੈ, ਕਿਉਂਕਿ ਜਿਹੜਾ ਇੱਧਰ ਭਗਤੀ ਪਾਪ ਨਹੀਂ ਲੱਗੂਗਾ, ਉਧਰ ਮਾਇਆ ਹੈ ਪਰਮੇਸ਼ਰ ਦੀ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਤੇ ਕੁਸੰਗਤ ਵੀ ਹੈ, ਉਹ ਉਧਰਲੇ ਪਾਸੇ ਖਿੱਚ ਕੇ ਲੈ ਜਾਂਦੇ ਆ। ਉਹ ਫਿਰ ਸਾਧ ਸੰਗਤ ਤੋਂ ਜਿਹੜੇ ਇਕੱਲੇ ਰਹਿੰਦੇ ਨੇ, ਵਾਂਝੇ ਰਹਿੰਦੇ ਹੈ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀ। ਉਹ ਪਰਮੇਸ਼ਰ ਨੂੰ ਉਹਨਾਂ ਨੂੰ ਕਿੱਥੇ ਮਿਲਣਾ, ਫਿਰ ਚੱਕਰਾਂ 'ਚ ਪਏ ਰਹੋ, ਉਹ ਨਹੀਂ ਮਿਲ ਸਕਦੇ। ਇਸ ਕਰਕੇ ਕੁਸੰਗਤ ਤੋਂ ਬਚਣਾ ਚਾਹੀਦਾ। ਪੜ੍ਹ ਦਿਓ। ਤਨ ਦੁੱਖ ਨ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆ। ਜੀ ਫਿਰ ਕੀ ਹੈ, ਜੇ ਉਧਰ ਵੀ
ਤੇ ਦੁੱਖ ਨਾ ਉਹਨਾਂ ਨੂੰ ਕੋਈ 84 ਲੱਖ ਜੂਨ ਹੈ, ਉਹਨਾਂ ਦੇ ਕਦੇ ਵੀ ਦੁੱਖ ਨਹੀਂ ਉਤਰਦੇ। ਦੇਖ ਲਓ ਮਨੁੱਖਾਂ ਦੇ ਵਿੱਚ ਕਿੰਨੀ ਸੁਤੰਤਰਤਾ ਹੈ, ਤੇ ਪਸ਼ੂਆਂ ਨੂੰ ਉਹਨਾਂ ਨੂੰ ਕਿੰਨੀ ਕੁ ਵਸ ਹੋਏ। ਤੈਨ ਦੁੱਖ ਨਾ ਕਬੂ ਉਤਰੈ ਸੇ ਜਮ ਕੇ ਵਸ ਪੜੀਆ, ਉਹ ਫਿਰ ਜਮਾਨੇ ਵਸ ਪੈਂਦੇ ਰਹਿੰਦੇ ਨੇ। ਇਹ ਸਾਨੂੰ ਹੁਣ ਨਹੀਂ ਦਿਸਦੇ, ਜਿਵੇਂ ਸੂਖਮ ਸਰੀਰ ਨਹੀਂ ਦਿਸਦਾ, ਉਹ ਅੰਤ ਦੇ ਵੇਲੇ ਜਿਹੜੇ ਗੁਰਮੁਖ ਨਾਮ ਜਪਦੇ ਨੇ, ਭਗਤੀ ਦੇ ਉਪਦੇਸ਼ ਵਾਲੇ ਨੇ, ਉਹਨਾਂ ਨੂੰ ਭਗਤ ਲੋਕ ਲੈ ਆਉਣੇ ਨੇ, ਉਹ ਲੈ ਜਾਂਦੇ ਆ ਵਾਹਿਗੁਰੂ ਦੇ ਚਰਨਾਂ ਵਿੱਚ। ਤੇ ਜਿਹੜੇ ਗਿਆਨਵਾਨ ਨੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਵਿੱਚ ਹੀ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਉਹਨਾਂ ਨੂੰ ਹਮੇਸ਼ਾ ਹੀ ਉਹ ਇੱਕ ਰੂਪ ਹੀ ਕਰ ਲੈਂਦਾ। ਚਲੀਏ ਜੀ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਘੜੀਆ। ਜਿਨ੍ਹਾਂ ਨੇ ਇਸ ਤਰ੍ਹਾਂ ਜਿਨੇ ਰਾਵਿਆ ਪ੍ਰਭ ਆਪਣਾ, ਵੀ ਆਪਣਾ ਕਿਉਂ ਕਿਹਾ? ਉਹ ਆਪਣਾ ਆਤਮਾ ਸਰੂਪ ਹੀ ਹੈ। ਜਿਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਉਸ ਦਾ ਪ੍ਰੇਮ ਦੇ ਨਾਲ ਰੌਣਾ ਹੁੰਦਾ ਹੈ। ਜਿਸ ਤਰ੍ਹਾਂ ਖੇਤ ਦੀ ਰੌਣੀ ਕਰਦੀ, ਪਾਣੀ ਰਚ ਜਾਂਦਾ ਵਿੱਚ, ਤਾਂ ਜਿਵੇਂ ਆਟਾ ਗੁੰਨਣ ਦੇ ਵਿੱਚ ਪਾਣੀ ਰਚ ਜਾਂਦਾ ਹੈ, ਇਸ ਤਰ੍ਹਾਂ ਜਿਨ੍ਹਾਂ ਨੇ ਉਚਾਰਨ ਕਰਦਿਆਂ ਐਸਾ ਉਹਦਾ ਉਚਾਰਨ ਹੋ ਗਿਆ, ਸਭ ਤਨ ਮਨ ਦੇ ਵਿੱਚ ਹੀ ਉਚਾਰਨ ਹੋ ਰਿਹਾ। ਜਿਨੀ ਰਾਵਿਆ ਪ੍ਰਭ ਆਪਣਾ, ਇਹ ਅੱਗੇ ਨਾਮ ਦੀਆਂ ਅਵਸਥਾ ਨੇ। ਪਰ ਸੇ ਦਿਸਨ ਨਿਤ ਖੜੀਆ, ਉਹ ਹਮੇਸ਼ਾ ਹੀ ਜਿਸ ਤਰ੍ਹਾਂ ਕੋਈ ਪਹਿਰੇ ਤੇ ਸਾਵਧਾਨ ਖੜੋਤਾ ਸਨਮੁਖ ਹੋ ਕੇ, ਇਸ ਤਰ੍ਹਾਂ ਹੀ ਉਹ ਖੜੀਆਂ ਕਹਿੰਦੇ ਪਿੱਛ ਖੜਾ ਹੈ। ਹਾਂਜੀ, ਉਹ ਹਰ ਵੇਲੇ ਹੀ ਉਹਨਾਂ ਦਾ ਜਿਹੜਾ ਮਨ ਬੁੱਧ ਚਿੱਤ ਹੈ ਨਾ, ਉਹ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੀ ਰਹਿੰਦਾ ਹੈ। ਕਦੇ ਉਹਨਾਂ ਨੂੰ ਇੱਧਰ ਉੱਧਰ ਉੱਲੇ ਨਹੀਂ ਹੁੰਦਾ, ਸਾਵਧਾਨ ਰਹਿੰਦੇ ਨੇ, ਮਨ ਕਰਕੇ ਵੀ ਤਨ ਕਰਕੇ ਵੀ। ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਹੋਏ ਨੇ, ਸਾਰਿਆਂ ਨੇ ਬਦਾਵਾ ਲਿਖ ਦਿੱਤਾ, ਜਿਹੜੇ ਸਨਮੁਖ ਰਹਿ ਗਏ ਸੇ ਦਿਸਣ ਨਿਤ ਖੜੀ ਹੈ। ਉਹ ਹੁਣ ਵੀ ਦੁਨੀਆ ਦੇ ਵਿੱਚ ਐਨ ਦਿਸਦੇ ਹੈ, ਉਹਨਾਂ ਦੀ ਪ੍ਰਸਿੱਧੀ ਹੈ, ਉਹਨਾਂ ਦੀ ਮਹਿਮਾ ਹੈ। ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ, ਚਮਕੌਰ ਸਾਹਿਬ ਸ਼ਹੀਦੀਆਂ ਹੋਈਆਂ, ਬੰਦ ਕਟਾਏ, ਵਾਹਿਗੁਰੂ ਦੇ ਐਨ ਸਨਮੁਖ ਸਾਰੀ ਬਾਬੇ ਦੀਪ ਸਿੰਘ ਦੇ ਜਾਂਦੇ, ਮੱਥਾ ਟੇਕਦੇ, ਐਨ ਉਸ ਹਾਜ਼ਰ ਹਜ਼ੂਰ ਖੜੇ ਦਿਸਦੇ ਪਰਮੇਸ਼ਰ ਦੀ। ਚਲੋ। ਰਤਨ ਜਵੇਹਰ ਲਾਲ ਹਾਰ ਕੰਠ ਤੇ ਨਾ ਜੜੀਆ। ਹੁਣ ਇਹ ਬੀਬੀਆਂ ਦੇ ਦ੍ਰਿਸ਼ਟਾਂਤ ਦੁਆਰਾ ਦਿੰਦੇ ਨੇ ਵੀ ਇਹ ਸਰੀਰ ਦੇ ਵਿੱਚ ਕੋਈ ਸੋਨੇ ਦੇ ਹਾਰ ਵੀ ਹੁੰਦੇ ਹੈ, ਕੋਈ ਰਤਨਾਂ ਦੇ ਹਾਰ ਵੀ ਹੁੰਦੇ ਹੈ, ਰਤਨ ਜਵੇਹਰ ਜਵਾਹਰ ਵੀ ਹੁੰਦੇ ਹੈ, ਉਹਨਾਂ ਦੀ ਕੀਮਤੀ ਚੀਜ਼ਾਂ। ਇਹ ਲਾਲ ਹਰ ਲਾਲ ਵੀ ਹੁੰਦੇ ਹੈ, ਕੰਠ ਤੇ ਨਾ ਜੜੀਆ। ਉਹ ਐਸੇ ਹਾਰ ਪਾਏ ਹੋਏ ਉਹਨਾਂ ਦੇ ਗਲੇ ਦੇ ਵਿੱਚ ਪਾਏ ਸ਼ੋਭਦੇ। ਇਸੇ ਤਰ੍ਹਾਂ ਹੀ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸ਼ੁੱਧ ਸਰੂਪ ਹੈ। ਫਿਰ ਸੋਨੇ ਦੇ ਵੀ ਜੜੇ ਜਾਂਦੇ ਨੇ, ਲਾਲ ਰਤਨ ਹੀਰੇ, ਤੇ ਇਸ ਤਰ੍ਹਾਂ ਉਹਨਾਂ ਦਾ ਸ਼ੁੱਧ ਜਿਹੜਾ ਕੰਠਨ ਕਾਇਆ ਕੋਟ ਗੜ ਪਿਓ ਸ਼ੁੱਧ ਹੋਇਆ ਸੋਨੇ ਵਾਂਗ। ਉਹਦੇ ਵਿੱਚ ਰਤਨ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਵੈਰਾਗ ਪ੍ਰੇਮ ਹੈ, ਤੇ ਜਵੇਹਰ ਜਿਹੜਾ ਜੌਹਰ ਗਿਆਨ ਹੈ, ਲਾਲ ਹਰ ਉਸ ਦੇ ਵਿੱਚ ਪ੍ਰੇਮ ਹੈ। ਉਹ ਉਹਨਾਂ ਦੇ ਇੱਥੇ ਕੰਠਾ ਬਾਹਰਲਾ ਨਹੀਂ, ਅੰਦਰ ਜਿਹੜਾ ਹਿਰਦਾ ਹੈ ਉਹਦੇ ਵਿੱਚ ਜੜੇ ਗਏ, ਉਹਦੇ ਵਿੱਚ ਸ਼ੁਭ ਗੁਣ ਭਰਪੂਰ। ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆ। ਉਹਨਾਂ ਦੇ ਹਿਰਦੇ ਦੇ ਵਿੱਚ ਐਨ ਜੜੀ ਹੋਈ ਚੀਜ਼ ਨਿਕਲਦੀ ਨਹੀਂ, ਹਮੇਸ਼ਾ ਹੀ ਨਿਵਾਸ ਕਰਦੇ ਹੈ। ਚਲੋ। ਨਾਨਕ ਬਾਂਛਾ ਧੂੜ ਤੇ ਨਾ ਪ੍ਰਭ ਸਰਨੇ ਦਰ ਬੜੀਆ। ਸਮਾਪਤੀ ਕਰਦੇ ਨੇ ਮਗਰ ਦੇ ਮਹੀਨੇ ਦੁਆਰਾ ਉਪਦੇਸ਼ ਦੀ ਸਤਿਗੁਰੂ ਮਹਾਰਾਜ ਜੀ। ਨਾਨਕ ਬਾਂਛਾ ਧੂੜ ਤੇ, ਉਹ ਜਿਹੜੇ ਐਸੇ ਗੁਰਮੁਖ ਹੈ ਨਾ ਜਿਨ੍ਹਾਂ ਦੇ ਅੰਦਰ ਗਿਆਨ ਹੈ ਵਾਹਿਗੁਰੂ ਦਾ, ਹਰ ਵੇਲੇ ਹੀ ਨਿਵਾਸ ਕਰਦਾ ਹੈ, ਵੈਰਾਗ ਹੈ, ਪ੍ਰੇਮ ਹੈ, ਉਹਨਾਂ ਦੇ ਅਸੀਂ ਚਰਨਾਂ ਦੀ ਧੂੜ ਮੰਗਦੇ। ਇਹਨੇ ਇੱਕ ਸਾਧ ਸੰਗਤ ਦੇ ਵਿੱਚ ਹੀ ਜਿਹੜਾ ਰਹਿਣਾ ਹੈ ਨਾ, ਇਹ ਤਾਂ ਧੂੜ ਬਣ ਕੇ ਰਹੇ, ਨਿਮਰਤਾ ਸ਼ਰਧਾ ਨਾਲ ਰਹੇ, ਉਹ ਤਾਂ ਕੁਛ ਗ੍ਰਹਿਣ ਕਰ ਲੂਗਾ। ਸਤਿਗੁਰੂ ਸਾਹਿਬ ਦੇ ਕਹੋ ਨਾਨਕ ਪਰ ਬਖਸ਼ ਕੇ ਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ।
कहो नानक प्रभ बख्श करीजे। कई कहते साध संगत जन हो गया, सुहा नहीं बदलिया, बोलन का नहीं बदलिया, हो रहे तो किश पाइए जो होइए अरेना। साध संगत दे विच भी क्योंकि अगे तो अगे दर्जे है गुरमुखां दे, इन्होंने व्यवस्था है, पर जिहड़ा साध है जिन तन मन वोदा उच्चा दर्जा है, दूजे भी अपो अपनी अवस्था अनुसार। तो सिपाही जो होइए रेना, जिसे प्राप्त तिस नाम लेना। जिसनों ये चीज़ां वाहिगुरू वालों मिल जाणगियां तो उन समझ लो वो नाम प्राप्त उसे में होगा जे गुण आउणगे। नहीं तो पाठ कर ले जी, शब्द दे कर ले जी, बाणी दे कर ले जी, मूल मंत्र दे कर ले जी, गुण आए ना। हर के गुण हर पाउंदे से गुरु ते पाए। इसे करके ये विचार है कि कहते जी होया तो कुछ नहीं, दिसया नहीं, वाहिगुरू या होर चीज है, वो गुण नहीं है। इसे करके थां थां ते वे धूड़ी दिओ मार। धूड़ी की हुंदी हेठां चरणां दे, फिर बहुत निम्रता, श्रद्धा, प्रेम, उसे फिर निम्रता के नाल ही हमें दूर होनी है। नानक बांशा धूड़ तिन प्रभ सरनी दर परिया। वाहिगुरू के दर की साध संगत है, उत्थे जाके वाहिगुरू की शरण विच जिहड़ियां पईयां ने गुरमुख आत्मावां, जिंदा जाना, सुरतां, बिरतियां। मंगर प्रभ आराधना बाहर नजर मिलिया। मंगर के महीने की समाप्ति करते हुए गुरु अर्जन साहब महाराज जी मंगर प्रभ आराधना पहला आया सी भी उन्होंने ध्यावो रावो भी, ये भी व्यवस्था ने नाम दी। जपना जाप है, सिमरन है, चिंतन है, मनन है, निदासन है, धारणा है, पंचायत का गुरु एक ध्यान है, वखो वखरे अर्थ ने। फिर अभेद रूप चिंतन है उन्होंने। इस तरह ही ये नाम दे क्यों भाई जिहड़े गुरमुख ने उन्होंने फिर अगे तो अगे वाहिगुरू की कृपा नाल शहीदां सिंघां दे दर्शन हुंदे जी, वाहिगुरू दे हुंदे जी, कई रूपां दे विच उत्थे ऐसे सरगुण दे ते निराकार दे विच उसका वर्णन किया ही नहीं जा सकता। मंगर प्रभ आराधना, ये वाहिगुरू परमेश्वर का जिहड़ा आराधन है, दिन राति आराधो प्यारे, निमख न कीजे ढीला। संत सेवा कर पावनी लाइए, त्यागे मनो हठीला। हठ छड्ड के, अपनी मर्जी छड्ड के साध संगत दे विच इस तरह सेवा करनी है। ते रात ने इस तरह चलो जी कर लिया जी, इन्ने घंटे जागने ना रात ने। ये भगत नामदेव जी कहना, त्रिलोचन कहना तू तो एवं लग्या इन्होंने कमा कारां च। कहता नहीं, ये नहीं है। ये मन दे नाल भावना करके उत्थे ख्याल चीत रखना, वाहिगुरू की कृपा हुंदी है, वो होर बख्शिश कर दिंदा, कम भी करी जांदा है। वाहिगुरू की बख्शिश है ते ख्याल भी उत्थे रहना। ये दिन राति मंगर प्रभ आराधना, फिर इन्नी चीज़ां होने तो फिर वाहिगुरू परमेश्वर की मेहर हो जाती है। मंगर प्रभ आराधना बहुल न जन्मड़िया, फिर वाहिगुरू परमेश्वर उत्थे आप हो जाता, जिसे जो जाने ते सदा सुख होए। जिहड़ा उसनूं जान लवे, मनन करदे हैं साक्षात रूप करके, आप मिलाए ले प्रभ सोए, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਧਨਵੰਤ ਕੁਲਵੰਤ ਭਗਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਿੱਥੇ ਰੱਬ ਹੈ ਉੱਥੇ ਕੋਈ ਅਵਸਥਾ ਪਿੱਛੇ ਰਹੇਗੀ। ਉਹੀ ਨਾਮ ਧਨ ਵਾਲਾ ਹੈ, ਉਹੀ ਸ਼ੇਸ਼ ਸ੍ਰੀ ਸੰਪਤੀ ਵਾਲੇ ਕੁਲ ਵਾਲਾ ਹੈ। ਉਹ ਧਨਵੰਤ ਕੁਲਵੰਤ ਪਤਵੰਤ, ਉਹੀ ਸਭ ਤੋਂ ਸਤਿਕਾਰਯੋਗ ਹੈ। ਵਾਹਿਗੁਰੂ ਦੀ ਦਰਗਾਹ ਵਿੱਚ ਜਿਹੜਾ ਵਾਹਿਗੁਰੂ ਜੀ ਦਾ ਸਤਿਕਾਰ ਕਰਦਾ ਉਹਦਾ ਹੁਣ ਕੁਝ ਕਰ। ਉਹ ਸਾਰੀ ਦੁਨੀਆ ਹੀ ਧਰਮਰਾਜ ਵਰਗੇ ਵੀ,
ਜਨਕ ਰਾਜਾ ਗਿਆ ਤੇ ਉਹ ਅੱਗੇ ਉੱਠ ਖੜਾ, ਕਹਿੰਦੇ ਜੀ ਘਰ ਪਵਿੱਤਰ ਕਰ ਦਿੱਤਾ ਮੈਂ ਤਾਂ ਹਰ ਵੇਲੇ। ਉਹ ਜਿਸ ਯੁਗਾਂ ਦੇ ਵਿੱਚ ਵੀ ਵਾਹਿਗੁਰੂ ਦੀ ਭਗਤੀ ਕਿਸੇ ਨੇ ਕੀਤੀ ਹੈ, ਚਾਹੇ ਕਿਸੇ ਥਾਂ ਦੇ ਵਿੱਚ ਹੀ ਹੈ। ਤੇ ਉਹ ਹੁਣ ਬਾਬਾ ਬੁੱਢਨ ਸ਼ਾਹ ਜੀ, ਇਹਨਾਂ ਦਾ ਮੁਸਲਮਾਨਾਂ ਦੇ ਘਰ ਦਾ ਹੀ ਜਨਮ ਸੀ ਤੇ ਸਾਧਨ ਕਰਦੇ ਗੁਰੂ, ਪੂਰੇ ਗੁਰੂ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤੇ ਦੁਨੀਆ ਹੁਣ ਤੱਕ ਉਹ ਸਤਿਕਾਰ ਕਰਦੀ ਹੈ, ਉੱਥੇ ਜਾਂਦੇ। ਤਿਨ ਕੀ ਸੋਭਾ ਕਿਆ ਕਹਿਣੀ ਜੇ ਸਾਹਿਬ ਮਿਲੇ, ਤੇ ਜੋ ਚਾਹਣ ਉਹ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਹ 6ਵੇਂ ਸਰੂਪ ਤੱਕ, ਇਹ 6ਵੇਂ ਸਰੂਪ ਨੇ ਜਦੋਂ ਦਰਸ਼ਨ ਦਿੱਤੇ, ਇੱਥੋਂ ਜੰਗ ਕਰਕੇ ਗਏ ਵੀ ਉਡੀਕ ਰਹੇ ਨੇ, ਉਹਨਾਂ ਨੇ ਸਰੀਰ ਛੱਡਣਾ ਸੀ, ਜਾਣਾ ਹੈ। ਤੇ ਉੱਥੇ ਗਏ ਤੇ ਕਹਿੰਦੇ ਬਾਬਾ ਜੀ ਹੋਰ ਕੌਤਕ ਦੇਖਣੇ ਤਾਂ ਹੋਰ ਸਰੀਰ, ਕਹਿੰਦੇ ਨਹੀਂ ਜੀ ਬਸ। ਇਸ ਤਰ੍ਹਾਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀ ਹੈ। ਇਸ ਨੇ ਗੁਰੂ ਅਰਜਨ ਸਾਹਿਬ ਵੇਲੇ ਸੰਤੋਖੇ ਰਿਸ਼ੀ ਦੀ ਆਪਣੇ ਸਾਖੀ ਆਉਂਦੀ ਹੈ, ਇੰਨੇ ਚਿਰ ਦਾ ਬੈਠਾ ਸੀ। ਮੰਗਰ ਪ੍ਰਭ ਆਰਾਧਨਾ ਬਹੁ ਨ ਜਨਮੜੀ ਹੈ, ਮੁਰ ਕਰਕੇ ਉਹਨਾਂ ਨੂੰ ਜਨਮ ਨਹੀਂ ਹੁੰਦਾ ਸੰਸਾਰ ਦੇ ਵਿੱਚ। ਹਾਂ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਜੈ ਅਵਗਤ ਭਗਤ ਆਪ, ਜੈ ਪਸਰੇ ਪਾਸਾਰ ਸੰਤ ਪਰਤਾ, ਉਹਨਾਂ ਦੀ ਮਰਜ਼ੀ ਇਹੋ ਜਿਹੀ ਭਗਤ ਰੂਪ ਵੀ ਆਪ ਹੀ ਧਾਰ ਕੇ ਜਾਓ, ਸੇਵਾ ਕਰੋ। ਹਰਾਪੇ ਠਾਕੁਰ ਹਰਾਪੇ ਸੇਵਕ ਜੀ। ਤੇ ਉਹ ਕਈ ਸ਼ੰਕੇ ਕਰਦੇ ਵੀ ਨਿਕਲਦਾ ਨਹੀਂ, ਮੁਕਤ ਜਾਂ ਹੋਰ ਚੀਜ਼ ਹੈ, ਉਹਨਾਂ ਨੇ ਪੱਲੇ ਪਾਈ। ਇਸ ਤਰ੍ਹਾਂ ਦੇ ਰਹਿੰਦੇ ਨੇ ਸ਼ੰਕੇ ਬੰਕੇ ਜਾਂ ਹੋਰ ਚੀਜ਼ ਹੈ। ਜਿਹੜੇ ਗੁਰਮੁਖ ਹੈ, ਆਰਾਧਨ ਵਾਲੇ ਤੇ ਸ਼ਰਧਾ ਵਾਲੇ, ਉਹ ਤਾਂ ਫਿਰ ਆਨੰਦ ਦੇ ਵਿੱਚ ਹੀ ਲੀਨ ਰਹਿੰਦੇ ਨੇ। ਸੋ ਤੁਹਾਡੇ ਸੰਗਤਾਂ ਦੇ ਦਰਸ਼ਨ ਦੇ ਪ੍ਰਤਾਪ ਦੇ ਨਾਲ ਇਹ ਵਿਚਾਰ ਹੋਈ ਹੈ ਤੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਕਰਵਾਈ ਹੈ। ਜੋ ਵੀ ਇਸ ਦੇ ਵਿੱਚ ਭੁੱਲ ਚੁੱਕ ਹੋਈ ਹੈ ਉਹ ਆਪ ਸੰਗਤ ਨੇ ਕਿਰਪਾ ਕਰਨੀ। ਸੰਗਤ ਦੇ ਵਿੱਚ ਵੱਧ ਤੋਂ ਵੱਧ ਚੜ੍ਹੀਆਂ ਅਵਸਥਾ ਵਾਲੇ ਆਪ ਗੁਰਮੁਖ ਹੋ। ਆਪ ਜੀ ਦੀ ਅਸ਼ੀਸ਼ ਹੋਵੇ ਕਿ ਮੇਰਾ ਮਨ ਵੀ ਐਸੀ ਅਵਸਥਾ ਦੇ ਵਿੱਚ ਹਮੇਸ਼ਾ ਹੀ ਲੀਨ ਰਹੇ। ਨਾਨਕ ਬਾਂਛਾ ਧੂੜ ਤਿਨ ਪ੍ਰਭ ਸਰਨੇ ਦਰ ਬੜੀਆ, ਨੰਗਰ ਪ੍ਰਭ ਆਰਾਧਨਾ ਬਾਹੁੜ ਨ ਜਨਮੜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦੋ ਦਾ ਟਾਈਮ ਹੋ ਗਿਆ, ਦਿਨ ਵੀ ਛੋਟੇ ਨੇ, ਇਸ ਕਰਕੇ ਲੰਗਰ ਦੀਆਂ ਵੀ ਉਧਰ ਸੇਵਾ ਸੰਗਤਾਂ ਕਰ ਰਹੀਆਂ ਨੇ। ਸਾਰੀਆਂ ਹੀ ਸੰਗਤਾਂ ਦਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਇਸੇ ਤਰ੍ਹਾਂ ਹੀ ਸੁਣਨਾ, ਗੁਰੂ ਕੇ ਦਰਸ਼ਨ ਕਰਨੇ, ਇਹ ਬਣੇ ਰਹਿਣ। ਤੇ ਹੁਣ ਅਰਦਾਸ ਕਰੀਏ ਕਿ ਮਹਾਰਾਜ ਪੇਖਮ ਸੁਨ ਸੁਨਾਵਨੋ, ਮਨ ਮੈਂ ਦਿੜੀਏ ਸਾਜ, ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ। ਤੂੰ ਠਾਕ